जिस नूं मिल जाए। मैं पढ़ दियां मास्टर जी? जी मेरी भैन। हाँ जी। नेम दे संदूक दा इजराइल तो वख होना। उस समय फिलिस्ती इजराइलियां नाल लड़न लई निकले। तद इजराइलियां ने अपने फौजी कैंप अवन अजर दे लागे लाया ते फिलिस्तियां ने अफेक दे लागे। सो फिलिस्तियां ने इजराइलियां उत्ते चढ़ाई कीती अते भयंकर लड़ाई करके उन्हां नूं हरा दिता। उन्हां ने कोई 4000 इजराइली आदमी उस दिन कत्ल कर दिते। ਜਦੋਂ ਬਚੇ ਇਜ਼ਰਾਈਲੀ ਫੌਜੀ ਵਾਪਸ ਆਪਣੇ ਕੈਂਪ ਵਿੱਚ ਆਏ ਤਾਂ ਉਹਨਾਂ ਦੇ ਆਗੂਆਂ ਨੇ ਕਿਹਾ, ਪ੍ਰਭੂ ਨੇ ਸਾਨੂੰ ਫਿਲਿਸਤੀਆਂ ਦੇ ਸਾਹਮਣੇ ਕਿਉਂ ਹਾਰ ਦਿੱਤੀ ਹੈ? ਆਓ ਅਸੀਂ ਸ਼ਿਲੋਹ ਤੋਂ ਪ੍ਰਭੂ ਦਾ ਨੇਮ ਦਾ ਸੰਦੂਕ ਲਿਆਈਏ ਤਾਂ ਜੋ ਉਹ ਸਾਡੇ ਨਾਲ ਚੱਲ ਕੇ ਸਾਡੇ ਬੈਰੀਆਂ ਤੋਂ ਬਚਾ ਕਰੇ। ਇਸ ਲਈ ਉਹਨਾਂ ਸ਼ਿਲੋਹ ਵਿੱਚ ਸੰਦੇਸ਼ ਵਾਹਕ ਘੱਲ ਕੇ ਉੱਥੋਂ ਪ੍ਰਭੂ ਦਾ ਨੇਮ ਸੰਦੂਕ ਲਿਆਉਣ ਲਈ ਕਿਹਾ ਜੋ ਦੋਹਾਂ ਕਰੂਬੀਆਂ ਤੇ ਬਿਰਾਜਮਾਨ ਹੈ। ਨੇਮ ਦੇ ਸੰਦੂਕ ਦੇ ਨਾਲ ਏਲੀ ਦੇ ਦੋਵੇਂ ਪੁੱਤਰ ਹਾਫਨੀ ਅਤੇ ਫਿਨਹਾਸ ਆਏ। ਜਦੋਂ ਨੇਮ ਦਾ ਸੰਦੂਕ ਇਜ਼ਰਾਈਲੀ ਕੈਂਪ ਵਿੱਚ ਪਹੁੰਚਿਆ ਤਾਂ ਸਭ ਇਜ਼ਰਾਈਲੀਆਂ ਇੱਕ ਵੱਡਾ ਜਕਾਰਾ ਬੁਲਾਇਆ ਜਿਸ ਨਾਲ ਧਰਤੀ ਕੰਬ ਗਈ। ਫਿਲਿਸਤੀਆਂ ਨੇ ਇਸ ਜਕਾਰੇ ਦੀ ਆਵਾਜ਼ ਸੁਣੀ ਤਾਂ ਉਹ ਬੋਲੇ, ਇਬਰਾਨੀਆਂ ਦੇ ਕੈਂਪ ਵਿੱਚੋਂ ਇਹ ਆਵਾਜ਼ ਕਿਸ ਚੀਜ਼ ਦੀ ਉੱਠੀ ਹੈ? ਇਸ ਦਾ ਕੀ ਅਰਥ ਹੈ? ਸੋ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਜ਼ਰਾਈਲੀਆਂ ਦੇ ਕੈਂਪ ਵਿੱਚ ਨੇਮ ਦਾ ਸੰਦੂਕ ਪਹੁੰਚ ਗਿਆ ਹੈ ਤਾਂ ਉਹ ਬਹੁਤ ਡਰ ਗਏ। ਇਸ ਲਈ ਉਹ ਬੋਲੇ, ਉਹਨਾਂ ਦੇ ਕੈਂਪ ਵਿੱਚ ਦੇਵਤਾ ਪਹੁੰਚ ਗਿਆ ਹੈ। ਇਹ ਤਾਂ ਸਾਡੇ ਲਈ ਬਹੁਤ ਬੁਰਾ ਹੋਇਆ ਹੈ। ਪਹਿਲਾਂ ਕਦੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ। ਕੌਣ ਸਾਡਾ ਬਚਾਅ ਇਹਨਾਂ ਦੇਵਤਿਆਂ ਕੋਲੋਂ ਕਰੇਗਾ? ਇਹਨਾਂ ਦੇਵਤਿਆਂ ਨੇ ਤਾਂ ਇਜ਼ਰਾਈਲੀਆਂ ਨੂੰ ਉਜਾੜ ਵਿੱਚ ਹਰ ਤਰ੍ਹਾਂ ਦੀ ਮਰੀ ਨਾਲ ਮਾਰਿਆ ਸੀ। ਹੇ ਫਿਲਿਸਤੀਓ, ਆਦਮੀ ਬਣੋ ਅਤੇ ਹੌਸਲਾ ਰੱਖਦੇ ਹੋਏ ਦਲੇਰੀ ਨਾਲ ਲੜੋ, ਨਹੀਂ ਤਾਂ ਅਸੀਂ ਉਹਨਾਂ ਦੇ ਉਸੇ ਤਰ੍ਹਾਂ ਗੁਲਾਮ ਬਣ ਜਾਵਾਂਗੇ ਜਿਸ ਤਰ੍ਹਾਂ ਉਹ ਸਾਡੇ ਹਨ। ਇਸ ਲਈ ਤੁਸੀਂ ਤਕੜੇ ਹੋ ਕੇ ਦਲੇਰੀ ਨਾਲ ਲੜੋ। ਸੋ ਫਿਲਿਸਤੀ ਤਕੜੇ ਹੋ ਕੇ ਲੜੇ ਅਤੇ ਉਹਨਾਂ ਨੇ ਇਜ਼ਰਾਈਲੀਆਂ ਨੂੰ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ ਜੋ ਆਪਣੇ ਘਰਾਂ ਨੂੰ ਨੱਠ ਗਏ। ਉਸ ਦਿਨ ਉੱਥੇ ਵੱਡਾ ਕਤਲੇਆਮ ਹੋਇਆ। ਕੋਈ 30,000 ਇਜ਼ਰਾਈਲੀ ਫੌਜੀ ਮਾਰੇ ਗਏ ਸਨ। ਪਰਮੇਸ਼ਰ ਦਾ ਨੇਮ ਦਾ ਸੰਦੂਕ ਵੀ ਫਿਲਿਸਤੀਆਂ ਨੇ ਫੜ ਲਿਆ। ਏਲੀ ਦੇ ਦੋਵੇਂ ਪੁੱਤਰ ਹਾਫਨੀ ਅਤੇ ਫਿਨਹਾਸ ਵੀ ਮਾਰੇ ਗਏ। ਆਮੀਨ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਉਸ ਦਿਨ ਕੋਈ ਇਨਸਾਨ ਸੰਦੂਕ ਦੇ ਉੱਥੇ ਲਿਜਾ ਕੇ ਪ੍ਰਭੂ ਦੀ ਤਾਕਤ ਨਹੀਂ ਪ੍ਰਾਪਤ ਕਰ ਸਕਦਾ ਸੀ ਤੇ ਅਸੀਂ ਗਲ ਦੇ ਵਿੱਚ ਸਲੀਬ ਪਾ ਕੇ ਕ੍ਰਿਸਚਨ ਨਹੀਂ ਬਣ ਸਕਦੇ। ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਕਿ ਅਸੀਂ ਸਾਰੇ 100% ਕ੍ਰਿਸਚਨ? nobody can be. But simplicity is the best thing. Be simple. ਅਸੀਂ ਜਿਸ ਲਈ ਦੂਜਿਆਂ ਨੂੰ ਜੱਜ ਕਰਨ ਲੱਗ ਪਏ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਕਾਰਨ। And I am sinner of that. I did that. ਇਹ ਸਾਰੀਆਂ ਚੀਜ਼ਾਂ ਮੈਂ ਕੀਤੀਆਂ। ਮੈਂ ਝੂਠ ਨਹੀਂ ਬੋਲਦਾ। ਪਰ ਕੀ ਪ੍ਰਭੂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆ? ਨਹੀਂ, ਕਿਉਂਕਿ ਇਹ ਜੋ ਕੁਛ ਹੈ ਦਿਖਾਵਾ ਆ। ਉਹਨਾਂ ਨੇ ਇੱਕ ਦਿਖਾਵਾ ਕੀਤਾ। ਪ੍ਰਭੂ ਦੀ ਇਹ ਸੰਦੂਕ ਜਦੋਂ ਬਣਾਇਆ ਗਿਆ ਤੇ ਇਸ ਨੂੰ ਹੋਲੀ ਆਫ ਹੋਲੀ ਦੇ ਵਿੱਚ ਰੱਖਿਆ ਗਿਆ, ਅਤ ਪਵਿੱਤਰ ਜਗ੍ਹਾ ਵਿੱਚ ਰੱਖਿਆ। ਕਹਾਤੀ ਪਰਿਵਾਰ ਤੋਂ ਇਲਾਵਾ ਇਹਨੂੰ ਹੋਰ ਕੋਈ ਉੱਥੇ ਦੇਖ ਨਹੀਂ ਸਕਦਾ ਜੋ ਮੂਸਾ ਦਾ ਖਾਨਦਾਨ। ਔਰ ਕਹਾਤ ਜਿਹੜਾ ਖਾਨਦਾਨ, ਉਸ ਤੋਂ ਇਲਾਵਾ ਇਸ ਨੂੰ ਕੋਈ ਚੁੱਕ ਨਹੀਂ ਸਕਦਾ। ਔਰ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਬਾਰ-ਬਾਰ ਕਿ ਜਦੋਂ ਵੀ ਇਸ ਨੂੰ ਚੁੱਕ ਕੇ ਲਿਜਾਇਆ ਜਾਂਦਾ ਤੇ ਇਸ ਨੂੰ ਢੱਕ ਛੁਪਾ ਕੇ ਲਿਜਾਇਆ ਜਾਂਦਾ। ਲੇਕਿਨ ਇਹਨਾਂ ਦੋ ਪੁੱਤਰਾਂ ਨੇ ਸੋਚਿਆ ਕਿ ਪਤਾ ਨਹੀਂ ਇਹਦੇ ਵਿੱਚ ਕੀ ਪਾਵਰ। ਉਹਦੇ ਵਿੱਚ ਪਾਵਰ ਨਹੀਂ ਸੀ, ਆਗਿਆਕਾਰੀ ਦੇ ਵਿੱਚ ਪਾਵਰ ਸੀ। ਪ੍ਰਭੂ ਨੇ ਇੰਨਾ ਵੱਡਾ ਉਹਨਾਂ ਨੂੰ ਅਹੁਦਾ ਦਿੱਤਾ ਸੀ ਜਿਹੜਾ ਉਹ ਸਮਝਦੇ ਸਾਡਾ ਜਨਮਜਾਤ ਅਧਿਕਾਰ। ਕਿਸੇ ਦਾ ਜਨਮਜਾਤ ਅਧਿਕਾਰ ਨਹੀਂ, ਕਿਸੇ ਦਾ ਜਨਮਜਾਤ ਅਧਿਕਾਰ ਨਹੀਂ।
ਸਿੰਪਲਿਸਿਟੀ ਦੇ ਵਿੱਚ ਪ੍ਰਭੂ ਰਹਿੰਦਾ। ਜਿੰਨਾ ਅਸੀਂ ਸਿੰਪਲ ਹੋਵਾਂਗੇ ਉਹਨਾਂ ਪ੍ਰਭੂ ਉਹਦੇ ਵਿੱਚ। ਬਹੁਤ ਸਾਰੀਆਂ ਮੈਂ ਚੀਜ਼ਾਂ ਦੇਖਦਾ, ਅਗਰ ਤੁਸੀਂ ਆਨਲਾਈਨ ਭਰੀ ਪਈ ਹੈ, ਜੇ ਤੁਸੀਂ ਏਦਾਂ ਦੁਆ ਕਰੋ ਤਾਂ ਪ੍ਰਭੂ ਸੁਣੇਗਾ। ਉਹ ਗੁਲਾਮ ਆ ਦੁਆਵਾਂ ਦਾ? ਨਹੀਂ, ਨਹੀਂ। ਜੇ ਦੁਆਵਾਂ ਦਾ ਗੁਲਾਮ ਹੁੰਦਾ, ਦੁਆ ਕਰਨ ਦੇ ਤਰੀਕਿਆਂ ਦਾ ਗੁਲਾਮ ਹੁੰਦਾ, ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ 70-80 ਦੁਆਵਾਂ ਦੱਸੀਆਂ ਹੋਣੀਆਂ ਚਾਹੀਦੀਆਂ ਸੀ ਕਿ ਜੇ ਤੂੰ ਬਿਮਾਰ ਆ ਤੂੰ ਆਹ ਦੁਆ ਕਰ, ਜੇ ਤੂੰ ਭੁੱਖਾ, ਜੇ ਤੈਨੂੰ ਨੌਕਰੀ ਦੀ ਲੋੜ ਆ ਤੂੰ ਆਹ ਦੁਆ ਕਰ, ਜੇ ਤੂੰ ਦੁੱਖ ਦੇ ਵਿੱਚ ਤੇਰਾ ਕੋਈ ਬੱਚਾ ਬਿਮਾਰ ਤੂੰ ਆਹ ਦੁਆ ਕਰ। ਪ੍ਰਭੂ ਯਿਸੂ ਮਸੀਹ ਨੇ ਸਾਰੀਆਂ ਦੁਆਵਾਂ ਦੇਣੀਆਂ ਸੀ, ਲੇਕਿਨ ਉਹਨੇ ਸਾਨੂੰ ਬਹੁਤ ਸਿੰਪਲ ਦੁਆ ਦਿੱਤੀ ਹੈ ਕਿ ਪਿਆਰੇ ਬਾਪ ਦੇ ਕੋਲੋਂ ਸਾਨੂੰ ਲੈ ਕੇ ਆਇਆ। ਸਾਰੀ ਦੁਆ ਦੇ ਵਿੱਚ ਪਿਆਰੇ ਬਾਪ ਦੇ ਕੋਲ ਲੈ ਕੇ, ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ। ਜਿਸ ਲਈ ਅਸੀਂ ਕਹਿੰਦੇ ਗੁੱਸਾ ਕਰਨ ਦੇ ਵਿੱਚ ਮੱਠਾ, ਤੇ ਅਸੀਂ ਕਹਿੰਦੇ ਸਹਿਨਸ਼ੀਲ, ਜਿਹੜਾ ਸਾਨੂੰ ਸਹਿਨ ਕਰਦਾ, ਜਿਹੜਾ ਸਾਨੂੰ ਸਹਿਨ ਕਰਦਾ। ਕੋਈ ਜਾਦੂਗਰੀ ਨਹੀਂ ਮਸੀਹਤ ਦੇ ਵਿੱਚ, ਕੋਈ ਜਾਦੂਗਰੀ। ਬਾਪ ਦੇ ਕੋਲ ਪੂਰੇ ਸਿੰਪਲ ਤਰੀਕੇ ਦੇ ਨਾਲ ਜਾਓ ਔਰ ਕਹੋ ਕਿ ਇਹ that's where I am। ਮੈਂ ਬਾਪ ਦੇ ਕੋਲ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇੰਨੀ ਤੇਰੀ ਬਾਈਬਲ ਆਉਂਦੀ ਹੈ। ਜਿੰਨੀ ਮੈਨੂੰ ਆਉਂਦੀ ਆ ਉਨੀ ਰੱਖਣ ਦੀ ਜ਼ਿੰਮੇਵਾਰੀ ਵੀ ਮੇਰੀ ਆ। ਇਸ ਚੀਜ਼ ਨੂੰ ਯਾਦ ਰੱਖਿਓ। ਲੇਕਿਨ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ, ਤੇ ਅਸੀਂ ਇਹ ਦੇਖਦੇ ਪਏ ਹਾਂ ਕਿ ਏਲੀ ਦੇ ਪੁੱਤਰਾਂ ਨੇ ਇਹ ਸੋਚਿਆ ਕਿ ਇਹ ਕੋਈ ਜਾਦੂ ਵਾਲੀ ਚੀਜ਼ ਹੈ। ਉਹ ਜਿਸ ਤੋਂ ਕਦੀ ਪਰਦਾ ਲੱਥਾ ਨਹੀਂ ਸੀ, ਅੱਜ ਉਹ ਵੀਰਾਨੇ ਦੇ ਵਿੱਚ ਉਹ ਸੰਦੂਕ ਪਿਆ, ਇਨਸਾਨ ਦੇ ਪਾਪ ਦੇ ਕਰਕੇ। ਉਹ ਜਿਸ ਦੇ ਵਿੱਚ ਐਸੀਆਂ 2 ਫੱਟੀਆਂ ਪਈਆਂ ਜਿਨ੍ਹਾਂ ਦੇ ਉੱਤੇ ਪ੍ਰਭੂ ਨੇ ਆਪਣੀ ਉਂਗਲ ਦੇ ਨਾਲ ਲਿਖਿਆ, ਇੱਕੋ ਹੀ ਚੀਜ਼ ਜਿਹੜੀ ਧਰਤੀ ਤੇ ਹੈਗੀ ਆ। ਜਿੰਨੇ ਮਰਜ਼ੀ ਕੋਈ ਦਾਅਵੇ ਕਰੀ ਜਾਏ, ਪਰ ਪ੍ਰਭੂ ਪਰਮੇਸ਼ਰ ਦੇ ਉਂਗਲੀ ਦੇ ਨਾਲ ਜਿਹੜੀ ਲਿਖੀ ਹੋਈ ਇੱਕੋ ਹੀ ਚੀਜ਼ ਸਾਡੇ ਕੋਲ ਆ ਇਸ ਧਰਤੀ ਤੇ, ਉਹ 10 ਨਿਯਮ ਜਿਹੜੇ ਪ੍ਰਭੂ ਨੇ ਸਾਨੂੰ ਦਿੱਤੇ, ਉਹ ਵੀਰਾਨੇ ਚ ਪਾਏ, ਉਹ ਵੀਰਾਨੇ ਚ ਪਾਏ। ਕਿ ਪ੍ਰਭੂ ਨੇ ਉਹ ਸਹਿਆ, ਹਾਂ, ਜਿਹਨੇ ਕਦੀ ਕੋਈ ਪਾਪ ਨਹੀਂ ਸੀ ਕੀਤਾ, ਜੋ ਅਤ ਪਵਿੱਤਰ ਸੀ, ਜੋ ਸਾਡੇ ਲਈ ਪਾਪ ਬਣ ਗਿਆ, ਉਸ ਦੇ ਉੱਤੇ ਕੋਰੜੇ ਮਾਰੇ ਗਏ। ਜੋ ਸਾਨੂੰ ਜ਼ਿੰਦਗੀ ਦੇਣ ਆਇਆ ਸੀ, ਉਸ ਦੀ ਜ਼ਿੰਦਗੀ ਲਈ ਗਈ। ਬਿਲਕੁਲ ਇੱਥੇ ਉਹੋ ਹੀ ਹੋ ਰਿਹਾ, ਇਹੋ ਹੀ ਹੋ ਰਿਹਾ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਪ੍ਰਭੂ ਦੇ ਵਚਨ ਦੇ ਵਿੱਚ ਕੋਈ ਚੀਜ਼ ਐਸੀ ਪੁਰਾਣੇ ਨਿਯਮ ਦੇ ਵਿੱਚ ਔਰ ਨਵੇਂ ਨਿਯਮ ਦੇ ਵਿੱਚ ਨਹੀਂ ਹੋਈ ਜਿੱਥੇ ਇਨਸਾਨ ਨੇ ਪ੍ਰਭੂ ਦੀ ਬੇਇੱਜ਼ਤੀ ਨਾ ਕੀਤੀ ਹੋਵੇ। ਪਰ ਮਹਾਨਤਾ ਇਹ ਆ, ਔਰ ਮਹਾਨਤਾ ਹਮੇਸ਼ਾ ਉਹਦੀ ਹੁੰਦੀ ਹੈ ਜੋ ਸਹਿਨ ਕਰਦਾ, ਔਰ ਬਰਕਤ ਹਮੇਸ਼ਾ ਉਸ ਨੂੰ ਮਿਲੀ ਹੈ, ਨਾਮ ਹਮੇਸ਼ਾ ਉਸ ਦਾ ਉੱਚਾ ਹੋਇਆ ਜੋ ਸਹਿਨ ਕਰਦਾ। ਸੋ ਇੱਥੇ ਅਸੀਂ ਪ੍ਰਭੂ ਦੀ ਸਹਿਨ ਸ਼ਕਤੀ ਦੇਖਦੇ ਪਏ ਜੋ ਉੱਤੇ ਹੋ ਰਿਹਾ। ਪ੍ਰਭੂ ਨੇ ਆਪਣਾ ਬੰਦਾ ਚੁਣ ਲਿਆ, ਯੈਸ। ਕੀ ਪ੍ਰਭੂ ਇਹਨਾਂ ਦੇ ਏਲੀ ਔਰ ਉਹਦੇ ਬੱਚਿਆਂ ਦੇ ਹੱਥਾਂ ਦੇ ਵਿੱਚ
ਸਾਰੀ ਕੌਮ ਨੂੰ ਦੇ ਸਕਦਾ? ਨਹੀਂ। ਕੀ ਇੱਕ ਚੇਂਜ ਆਉਣ ਦਾ ਵਕਤ ਹੋ ਗਿਆ? ਯੈਸ। ਸੋ ਏਲੀ ਦੇ ਦੋਨੇ ਪੁੱਤਰ ਮਾਰੇ ਗਏ, ਫਿਨਹਾਸ ਵੀ ਮਾਰਿਆ ਗਿਆ ਔਰ ਉਸਦਾ ਪੁੱਤਰ ਹਾਫਨੀ ਵੀ ਮਾਰਿਆ ਗਿਆ। ਹਾਫਨੀ ਨੇ ਅਗਲਾ ਮਹਾਪੁਰੋਹਿਤ ਬਣਨਾ ਸੀ ਏਲੀ ਦੀ ਮੌਤ ਤੋਂ ਬਾਅਦ। ਉਸਨੇ ਉਸਦੀ ਕੋਈ ਕਦਰ ਨਹੀਂ ਕੀਤੀ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪ੍ਰਭੂ ਸੈਮੂਅਲ ਨੂੰ ਉੱਚਾ ਚੁੱਕਦਾ ਪਿਆ। ਲੋਕ ਸਿਰਫ ਐਫਰਾਇਮ ਦੇ ਕਬੀਲੇ ਦੇ ਨਹੀਂ, ਬਲਕਿ ਦਾਨ ਦੇ ਕਬੀਲੇ ਦੇ ਲੋਕ ਵੀ ਸੈਮੂਅਲ ਦੇ ਕੋਲ ਆ ਰਹੇ ਆ, ਸੈਮੂਅਲ ਦੇ ਕੋਲ ਆ ਰਹੇ। ਲੇਕਿਨ ਅਸੀਂ ਵਚਨ ਚ ਕੀ ਦੇਖਦੇ ਪਏ? ਅਸੀਂ ਇਹ ਦੇਖ ਰਹੇ ਹਾਂ ਕਿ ਉਹਨਾਂ ਦੀ ਕੋਈ ਕਦਰ ਨਹੀਂ, ਉਹਨਾਂ ਨੂੰ ਕੋਈ ਕਦਰ ਨਹੀਂ ਇਸ ਚੀਜ਼ ਦੀ ਕਿ ਪ੍ਰਭੂ ਨੇ ਸਾਨੂੰ, ਸਾਡੇ ਪਰਿਵਾਰ ਨੂੰ ਐਡਾ ਵੱਡਾ ਮੌਕਾ ਦਿੱਤਾ। ਸੋ ਆਓ ਹੁਣ ਅਸੀਂ 12 ਆਇਤ ਤੋਂ ਲੈ ਕੇ ਅੱਗੇ ਵਧਾਂਗੇ। ਮੈਂ ਪੜ੍ਹ ਦਿੰਦੀ ਪਾਸਟਰ ਜੀ। 12 ਤੋਂ ਲੈ ਕੇ ਅਸੀਂ ਦੇਖਾਂਗੇ 18 ਤਾਈਂ। ਏਲੀ ਦੀ ਮੌਤ। ਬਿਨਯਾਮੀਨ ਕਬੀਲੇ ਦਾ ਇੱਕ ਮਨੁੱਖ ਲੜਾਈ ਦੇ ਮੈਦਾਨ ਵਿੱਚੋਂ ਉਸੇ ਦਿਨ ਨੱਠ ਕੇ ਸ਼ਿਲੋਹ ਵਿੱਚ ਪਹੁੰਚਿਆ। ਦੁੱਖ ਕਾਰਨ ਉਸਨੇ ਆਪਣੇ ਕੱਪੜੇ ਪਾੜੇ ਅਤੇ ਸਿਰ ਵਿੱਚ ਸੁਆਹ ਪਾ ਲਈ ਸੀ। ਤਦ ਉਸ ਆਦਮੀ ਨੇ ਇਜ਼ਰਾਈਲ ਦੀ ਹਾਰ ਦੀ ਖਬਰ ਸਾਰੇ ਨਗਰ ਵਿੱਚ ਫੈਲਾ ਦਿੱਤੀ। ਇਹ ਬੁਰੀ ਖਬਰ ਸੁਣ ਕੇ ਸਭ ਲੋਕ ਡਰ ਕਾਰਨ ਧਾਹਾਂ ਮਾਰ ਕੇ ਰੋਣ ਲੱਗੇ। ਉਸ ਸਮੇਂ ਏਲੀ ਸੜਕ ਦੇ ਕੰਢੇ ਬੈਠਾ ਹੋਇਆ ਨੇਮ ਦੇ ਸੰਦੂਕ ਦੀ ਫਿਕਰ ਕਰ ਰਿਹਾ ਸੀ। ਇਸ ਲਈ ਉਸਨੇ ਲੋਕਾਂ ਦੀ ਧਾਹਾਂ ਮਾਰ ਕੇ ਰੋਣ ਦੀ ਆਵਾਜ਼ ਸੁਣੀ। ਉਸਨੇ ਪੁੱਛਿਆ, ਇਹ ਕਿਸ ਚੀਜ਼ ਦਾ ਰੌਲਾ ਹੈ? ਉਹ ਆਦਮੀ ਤੁਰੰਤ ਏਲੀ ਕੋਲ ਗਿਆ ਤੇ ਉਸਨੂੰ ਪੂਰੀ ਖਬਰ ਸੁਣਾਈ। ਏਲੀ ਉਸ ਸਮੇਂ 98 ਸਾਲਾਂ ਦਾ ਬੁੱਢਾ ਸੀ ਅਤੇ ਅੱਖਾਂ ਤੋਂ ਦੇਖ ਨਹੀਂ ਸਕਦਾ ਸੀ। ਉਸ ਆਦਮੀ ਨੇ ਕਿਹਾ, ਮੈਂ ਅੱਜ ਹੀ ਲੜਾਈ ਦੇ ਮੈਦਾਨ ਵਿੱਚੋਂ ਬਚ ਕੇ ਆਇਆ ਹਾਂ। ਏਲੀ ਨੇ ਉਸ ਤੋਂ ਪੁੱਛਿਆ, ਮੇਰੇ ਪੁੱਤਰ, ਉੱਥੇ ਕੀ ਹੋਇਆ ਹੈ? ਉਸ ਆਦਮੀ ਨੇ ਉੱਤਰ ਦਿੱਤਾ, ਇਜ਼ਰਾਈਲੀ ਫਿਲਿਸਤੀਆਂ ਦੇ ਅੱਗੋਂ ਨੱਠ ਗਏ ਹਨ ਅਤੇ ਸਾਡੇ ਅਣਗਿਣਤ ਆਦਮੀ ਕਤਲ ਹੋ ਚੁੱਕੇ ਹਨ। ਤੇਰੇ ਦੋਵੇਂ ਪੁੱਤਰ ਹਾਫਨੀ ਅਤੇ ਫਿਨਹਾਸ ਮਾਰੇ ਜਾ ਚੁੱਕੇ ਹਨ ਅਤੇ ਪਰਮੇਸ਼ਰ ਦੇ ਨੇਮ ਦਾ ਸੰਦੂਕ ਵੀ ਫਿਲਿਸਤੀਆਂ ਦੇ ਕਬਜ਼ੇ ਵਿੱਚ ਜਾ ਚੁੱਕਾ ਹੈ। ਪਰਮੇਸ਼ਰ ਦੇ ਨੇਮ ਦੇ ਸੰਦੂਕ ਦਾ ਨਾਂ ਸੁਣਦੇ ਹੀ ਏਲੀ ਆਪਣੀ ਥਾਂ ਤੋਂ ਪਿਛਲੇ ਪਾਸੇ ਡਿੱਗ ਪਿਆ ਅਤੇ ਉਸਦੇ ਡਿੱਗਦੇ ਹੀ ਉਸਦੀ ਧੌਣ ਟੁੱਟ ਗਈ, ਕਿਉਂਕਿ ਉਹ ਬੁੱਢਾ ਹੋਣ ਦੇ ਨਾਲ ਭਾਰੀ ਸਰੀਰ ਦਾ ਵੀ ਸੀ। ਏਲੀ ਨੇ ਇਜ਼ਰਾਈਲ ਦੀ ਅਗਵਾਈ 40 ਸਾਲਾਂ ਤੱਕ ਕੀਤੀ ਸੀ। ਆਮੀਨ। ਪੂਰੇ 40 ਸਾਲ ਤੱਕ ਉਸਨੇ ਆਪਣੇ ਇਜ਼ਰਾਈਲ ਨੂੰ ਲੀਡ ਕੀਤਾ ਸੀ। 1094 ਸਾਲ ਤੇ ਅਸੀਂ ਪਹੁੰਚ ਚੁੱਕੇ। ਮਸੀਹ ਦੇ ਆਉਣ ਤੋਂ ਪਹਿਲਾਂ ਇਹ 1094 ਸਾਲ। ਔਰ ਅਸੀਂ ਇਹ ਦੇਖਿਆ ਸੀ ਕਿ ਦੂਸਰੇ ਪਾਸੇ ਪ੍ਰਭੂ ਆਪਣਾ ਕੰਮ ਸਮਸੂਨ ਦੇ ਦੁਆਰੇ ਕਰਦਾ ਪਿਆ, ਸੈਮਸਨ ਦੇ ਦੁਆਰਾ ਕਰਦਾ ਪਿਆ। ਸੋ ਅਸੀਂ ਜਿਸਲੇ 1094 ਤੇ ਪਹੁੰਚਦੇ ਹਾਂ ਤੇ ਇੱਥੇ ਜਿਹੜੀ ਸੈਮੂਅਲ ਦੀ ਉਮਰ 31 ਸਾਲ ਦੀ ਹੋ ਚੁੱਕੀ ਔਰ ਉਹ ਸੇਵਾ ਕਰਨ ਦੇ ਹੁਣ ਯੋਗ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਏਲੀ ਦਾ ਦੋਨੇ ਪੁੱਤਰ ਜੰਗ ਦੇ ਵਿੱਚ ਮਾਰੇ ਗਏ ਔਰ ਜਿਹੜੀ ਪ੍ਰਭੂ ਦੀ ਪਵਿੱਤਰਤਾ, ਮਹਾਨ ਪਵਿੱਤਰਤਾ, ਜਿਹੜੀ ਚੀਜ਼ ਅਤ ਪਵਿੱਤਰ ਜਗ੍ਹਾ ਦੇ ਵਿੱਚ ਰੱਖੀ ਜਾਂਦੀ ਸੀ, ਉਹ ਜਾਂਦੀ ਰਹੀ। ਉਹਨਾਂ ਦੇ ਕੋਲ ਇਸ ਵੇਲੇ ਹੈ ਨਹੀਂ। ਸੋ ਆਓ ਹੁਣ ਅਸੀਂ 19 ਆਇਤ ਤੋਂ ਲੈ ਕੇ ਇਸ ਨੂੰ ਚੈਪਟਰ ਦੇ ਐਂਡ ਤੱਕ ਦੇਖੀਏ। ਸੱਚੀ ਤੁਸੀਂ ਪੜ੍ਹ ਦਿਓ। ਓਕੇ ਜੀ। ਫਿਨਹਾਸ ਦੀ ਪਤਨੀ ਦੀ ਮੌਤ। ਏਲੀ ਦੀ ਨੂੰਹ ਫਿਨਹਾਸ ਦੀ ਪਤਨੀ ਉਸ ਸਮੇਂ ਗਰਭਵਤੀ ਸੀ ਅਤੇ ਉਸਦੇ ਜਨਨ ਦਾ ਸਮਾਂ ਲੱਗ ਗਿਆ ਸੀ। ਸੋ ਜਦੋਂ ਉਸਨੇ ਇਹ ਖਬਰ ਸੁਣੀ ਕਿ ਪਰਮੇਸ਼ਰ ਦੇ ਨੇਮ ਦਾ ਸੰਦੂਕ ਇਜ਼ਰਾਈਲੀਆਂ ਹੱਥੋਂ ਜਾ ਚੁੱਕਾ ਹੈ ਅਤੇ ਉਸਦਾ ਸਹੁਰਾ ਅਤੇ ਪਤੀ ਮਰ ਚੁੱਕੇ ਹਨ, ਤਾਂ ਸਦਮੇ ਨਾਲ ਹੀ ਉਸਦੀ ਗਰਭ ਦੀਆਂ ਪੀੜਾਂ ਛਿੜ ਪਈਆਂ ਅਤੇ ਉਸਨੇ ਬੱਚੇ ਨੂੰ ਜਨਮ ਦਿੱਤਾ। ਜਦੋਂ ਇਹ ਹੋ ਰਿਹਾ ਸੀ ਤਾਂ ਦਾਈ ਨੇ ਉਸਨੂੰ ਕਿਹਾ, ਤਕੜੀ ਹੋ, ਤੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਪਰ ਉਸਨੇ ਕੋਈ ਉੱਤਰ ਨਾ ਦਿੱਤਾ ਕਿਉਂਕਿ ਉਹ ਮਰ ਚੁੱਕੀ ਸੀ। ਤਦ ਦਾਈ ਨੇ ਉਸ ਮੁੰਡੇ ਦਾ ਨਾਂ ਇਕਾਬੋਦ ਇਹ ਕਹਿ ਕੇ ਰੱਖਿਆ, ਪਰਮੇਸ਼ਰ ਦੀ ਮਹਿਮਾ ਇਜ਼ਰਾਈਲ ਤੋਂ ਦੂਰ ਹੋ ਚੁੱਕੀ ਹੈ ਅਤੇ ਇਹ ਫਿਨਹਾਸ ਦੀ ਪਤਨੀ ਦੇ ਸਹੁਰੇ ਅਤੇ ਪਤੀ ਦੇ ਕਾਰਨ ਹੋਇਆ ਹੈ।
ਉਸ ਦੇ ਕਹਿਣ ਦਾ ਅਰਥ ਨੇਮ ਦੇ ਸੰਦੂਕ ਦਾ ਇਜ਼ਰਾਈਲੀਆਂ ਤੋਂ ਦੂਰ ਹੋਣ ਤੋਂ ਸੀ, ਕਿਉਂਕਿ ਪਰਮੇਸ਼ਰ ਦੇ ਨੇਮ ਦਾ ਸੰਦੂਕ ਉਹਨਾਂ ਕੋਲੋਂ ਖੋਇਆ ਜਾ ਚੁੱਕਾ ਸੀ। ਸੋ ਇਹ 2 ਵਾਰੀ ਅਸੀਂ ਇਹ ਦੇਖਣਾ ਹੈ ਅਖਬੋ ਦਾ ਜਿਹੜਾ ਮਤਲਬ ਆ ਗਲੋਰੀਅਸ ਗॉड, ਮਹਿਮਾ ਚਲੀ। ਅੱਜ ਯਾਕੂਬ ਦੇ ਖਾਨਦਾਨ ਤੋਂ ਅਬਰਾਹਮ, ਉਸ ਦਾ ਪੁੱਤਰ ਇਸਹਾਕ, ਜੋ ਵਾਅਦਾ ਉਹਨਾਂ ਨੂੰ ਦਿੱਤਾ ਗਿਆ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੋ ਵਾਅਦਾ ਅਸੀਂ ਦੇਖਦੇ ਹਾਂ ਕਿ ਇਸਰਾਇਲ ਦੇ ਖਾਨਦਾਨ ਨੂੰ ਦਿੱਤਾ ਗਿਆ, ਜਿਸ ਦਾ ਪਹਿਲਾ ਨਾਂ ਯਾਕੂਬ ਸੀ, ਉਹ ਮਹਿਮਾ ਉੱਠ ਗਈ। ਸੋ ਉਸਨੇ ਉਸ ਬੱਚੇ ਦਾ ਨਾਂ ਜਿਹੜਾ ਰੱਖਿਆ ਉਹ ਅਖਬੋਤ ਰੱਖਿਆ। ਮਹਿਮਾ ਚਲੀ ਗਈ। ਪ੍ਰਭੂ ਦਾ ਵਚਨ ਰੱਖਣ ਦੇ ਲਈ ਸਾਨੂੰ ਹਮੇਸ਼ਾ ਕੋਈ ਵੱਡੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ ਹੁੰਦੀ। ਸਿੰਪਲਿਸਿਟੀ, ਸਿੰਪਲ ਚੀਜ਼ਾਂ, ਵਿਸ਼ਵਾਸ ਬੜੀ ਸਿੰਪਲ ਚੀਜ਼ ਆ। ਸਿੰਪਲ ਭਰੋਸਾ। ਔਰ ਉਹਦੇ ਵਿੱਚ ਬਹੁਤ ਬਰਕਤ। ਤੁਸੀਂ ਸਾਰੇ ਦੇਖਦੇ ਪਏ ਆ ਕਿ ਐਬਟਸਫੋਰਡ ਦੇ ਵਿੱਚ ਇੰਨਾ ਮੀਂਹ ਪੈਣ ਤੋਂ ਬਾਅਦ ਇੰਨਾ ਕੁਝ ਹੋਇਆ। ਜਿਹੜੇ ਲੋਕਾਂ ਦੇ ਕੋਲ ਉਹ ਸਾਰਾ ਸੂਮਾਸ ਦਾ ਇਲਾਕਾ ਆ, ਜਿਨ੍ਹਾਂ ਦੇ ਕੋਲ ਉਹ ਧਰਤੀ ਆ, ਉਹ ਸਾਰੇ ਮੈਲਾਨਾਈਟਸ। ਪ੍ਰਭੂ ਇਹਨਾਂ ਨੂੰ ਯੂਕਰੇਨ ਦੇ ਵਿੱਚੋਂ ਲੈ ਕੇ ਆਇਆ ਸੀ ਸੈਕੰਡ ਵਰਲਡ ਵਾਰ ਦੇ ਸਮੇਂ ਦੇ ਵਿੱਚ, ਔਰ ਉਹ ਉੱਥੇ ਇੱਕ ਬਹੁਤ ਵੱਡੀ ਲੇਕ ਸੀ ਜੋ ਆਲਮੋਸਟ ਅਸੀਂ ਇਹ ਕਹਿ ਸਕਦੇ ਹਾਂ ਕਿ 25 ਮੀਲ ਲੰਬੀ ਔਰ 25 ਮੀਲ ਚੌੜੀ। ਉੱਥੇ ਪੰਪ ਲਾ ਕੇ ਪਾਣੀ ਸੁਕਾਇਆ ਗਿਆ ਸੀ ਔਰ ਉਹ ਜ਼ਮੀਨ ਇਹਨਾਂ ਨੂੰ ਦਿੱਤੀ ਗਈ ਸੀ, ਕਿਉਂਕਿ ਇਹਨਾਂ ਨੇ ਪ੍ਰਭੂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਯੂਕਰੇਨ ਦੇ ਵਿੱਚ ਤੇਰੇ ਸ਼ਬਦ ਨੂੰ ਅੱਗੇ ਨਹੀਂ ਵਧਾਇਆ, ਅਸੀਂ ਆਪਣੇ ਆਪ ਨੂੰ ਵਧਾਇਆ। ਔਰ ਇਹ ਜ਼ਮੀਨ ਸਾਰੀ ਇਹਨਾਂ ਨੂੰ ਮੁਫਤ ਮਿਲੀ ਸੀ। ਅੱਜ ਉਹਨਾਂ ਦੇ ਫਾਰਮਰਾਂ ਦੀ ਜਿਹੜੇ ਉਹੀ ਫਾਰਮ ਜਿਨ੍ਹਾਂ ਦੀ ਕੀਮਤ ਬਿਲੀਅਨਸ ਡਾਲਰ ਦੇ ਵਿੱਚ, ਪ੍ਰਭੂ ਨੇ ਇਹਨਾਂ ਨੂੰ ਬਹੁਤ ਬਰਕਤ ਦਿੱਤੀ ਜਿੰਨੀ ਦੇਰ ਤੱਕ ਇਹਨਾਂ ਦੇ ਬਜ਼ੁਰਗ ਰਹੇ, ਕਿਉਂਕਿ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਪ੍ਰਭੂ ਦੀ ਸੇਵਾ ਕੀਤੀ। 100 ਸਾਲ ਬਾਅਦ ਅੱਜ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਕਿ ਇੱਕ ਚਰਚ ਦੀ ਮੀਟਿੰਗ ਨੂੰ ਜਿਹੜੀ ਸਾਲ ਬਾਅਦ ਉਹਨੂੰ ਬਿਜ਼ਨਸ ਮੀਟਿੰਗ ਕਿਹਾ ਜਾਂਦਾ। ਔਰ ਉਸ ਲੇਕ ਨੇ ਉਹ ਸਾਰੀ ਦੀ ਸਾਰੀ ਆਬਾਦੀ ਮੁੜ ਕੇ ਆਪਣੇ ਪੈਰਾਂ 'ਚ ਲੈ ਗਈ। 3 ਦਿਨ ਦੇ ਮੀਂਹ ਨੇ ਇਹ ਸਾਰਾ ਕੁਝ ਕੀਤਾ। ਕਿਉਂਕਿ ਇਹ ਆਪਣਾ ਵਾਅਦਾ ਭੁੱਲ ਗਏ ਜੋ ਪ੍ਰਭੂ ਦੇ ਨਾਲ ਕੀਤਾ ਸੀ। ਕਿਉਂਕਿ ਜਦ ਮੈਂ ਇਹਨਾਂ ਦੀ ਹਿਸਟਰੀ ਪੜ੍ਹਦਾ ਹਾਂ, ਬਿਕਾਜ਼ ਮੈਂ ਮੈਨਨਾਈਟ ਚਰਚ ਦੇ ਵਿੱਚ, ਮੈਂ ਪ੍ਰਭੂ ਦੇ ਵਿੱਚ ਮੈਨਨਾਈਟ ਚਰਚ ਦੇ ਵਿੱਚ ਆਇਆ, ਜਿਸ ਲਈ ਅਸੀਂ ਮੈਂ ਬਾਈਬਲ ਕਾਲਜ ਦੇ ਵਿੱਚ ਗਿਆ। ਉਹ ਮੈਨਨਾਈਟ ਬਾਈਬਲ ਕਾਲਜ ਸੀ, ਸਾਨੂੰ ਹਿਸਟਰੀ ਪੜ੍ਹਾਈ ਜਾਂਦੀ ਸੀ ਇਹਨਾਂ ਦੀ। ਅੱਜ ਜੋ ਇਹਨਾਂ ਦੇ ਪੋਤੇ ਕਰਦੇ ਪਏ ਆ, ਇਹਨਾਂ ਦੇ ਬਾਬੇ ਦੇਖ ਕੇ ਰੋਂਦੇ ਪਏ ਸੀ ਕਿ ਕੀ ਕਰਦੇ ਪਏ ਆ। ਔਰ ਅੱਜ ਉਹ ਹੀ 80 ਨਹੀਂ 100 ਸਕੁਅਰ ਕਿਲੋਮੀਟਰ, ਤੁਸੀਂ ਇਹ ਕਹਿ ਸਕਦੇ ਆ ਕਿ 10 ਮੀਲ ਬਾਏ 10 ਮੀਲ ਦਾ ਏਰੀਆ ਉਸੇ ਪਾਣੀ ਦੇ ਵਿੱਚ
ਸਾਡੇ ਹਿੰਦੁਸਤਾਨ ਚ ਕਹਿੰਦੇ ਸੀ ਪਾਣੀ ਕਦੀ ਆਪਣਾ ਰਾਹ ਨਹੀਂ ਛੱਡਦਾ। 100 ਸਾਲ ਬਾਅਦ ਅੱਜ ਪਾਣੀ ਨੇ ਆਪਣੇ ਰਾਹ ਦਾ ਕਬਜ਼ਾ ਕਰ ਲਿਆ। ਨੋਹਾ ਦੇ ਵੇਲੇ ਵੀ ਪਾਣੀ ਨੇ ਸਜ਼ਾ ਦਿੱਤੀ ਸੀ, ਅੱਜ ਪਾਣੀ ਸਜ਼ਾ ਦੇ ਰਿਹਾ। ਔਰ ਇਹੋ ਹੀ ਚੀਜ਼ ਅਸੀਂ ਇੱਥੇ ਹੁੰਦੀ ਦੇਖਦੇ ਪਏ। ਏਕਾ ਬਹੁਤ spirit is gone, महिमा चली गई, महिमा चली गई। प्रभु दा शुक्र करो जिन्नियां ਉਹ ਸਾਡੇ ਲਈ ਬਰਕਤਾਂ ਕਰਦਾ, ਜਿੰਨੇ ਮਿਰਾਕਲ ਕਰਦਾ, ਜਿੰਨੀਆਂ ਸਾਨੂੰ ਉਹ ਬਰਕਤਾਂ ਦਿੰਦਾ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਪ੍ਰਭੂ ਦਾ ਸ਼ੁਕਰ ਕਰੋ। ਪਰ ਇਹ ਸਭ ਕੁਝ ਦੇਖਦਿਆਂ ਹੋਇਆਂ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਸਾਡਾ ਜਿਹੜਾ ਵਿਸ਼ਵਾਸ ਉਹ ਸਿੰਪਲ ਹੋਣਾ ਚਾਹੀਦਾ। ਉਹ ਚ ਤੋੜ ਮਰੋੜ ਨਹੀਂ ਹੋਣੀ ਚਾਹੀਦੀ। ਸਾਡੇ ਵਿਸ਼ਵਾਸ ਦੇ ਵਿੱਚ ਸਿਰਫ 3 ਚੀਜ਼ਾਂ। ਬਾਪ ਨੇ, ਅਸੀਂ ਪਾਪੀ ਹਾਂ, ਨੰਬਰ 1। ਹਰ ਇਨਸਾਨ ਪਾਪੀ ਹੈ ਕਿਉਂਕਿ ਅਸੀਂ ਪਾਪੀਆਂ ਤੋਂ ਜੰਮੇ। ਨੰਬਰ 2, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆ ਕੇ ਛੁਟਕਾਰਾ ਦਿੱਤਾ। ਪਾਪੀਆਂ ਦੇ ਲਈ ਜਾਨ ਸਿਰਫ ਯਿਸੂ ਨੇ ਦਿੱਤੀ। ਨੰਬਰ 3, ਹਰ ਇੱਕ ਚੀਜ਼ ਜੋ ਸਾਡੇ ਅੰਦਰ ਪਵਿੱਤਰ ਆ ਉਹ ਯਿਸੂ ਦੀ ਸਾਡੀ। ਜਦੋਂ ਤੱਕ ਅਸੀਂ ਇਹਨਾਂ 3 ਚੀਜ਼ਾਂ ਦੇ ਉੱਤੇ ਯਕੀਨ ਕਰਾਂਗੇ ਅਸੀਂ ਨਮਰ ਰਵਾਂਗੇ ਔਰ ਪ੍ਰਭੂ ਦੀ ਬਰਕਤ ਰਹੂਗੀ। ਇਹ ਹਾਫਨੀ ਫਿਨਹਾਸ ਨੇ ਕੀ ਕੀਤਾ? ਇਹਨਾਂ ਨੇ ਦੇਖਿਆ ਇਹ ਤਾਂ ਜਿਹੜੀ ਆਰਕ ਆਫ ਕਵਨੈਂਟ ਸਾਡੇ ਕਬੀਲੇ ਦੀ ਚੀਜ਼ ਹੈ ਤੇ ਪ੍ਰਭੂ ਨੇ ਸਾਨੂੰ ਦਿੱਤੀ ਹੋਆ। ਅਸੀਂ ਕਹਾਤੀ ਦੇ ਕੁਲ ਦੇ ਵਿੱਚੋਂ, ਅਸੀਂ ਲੀਵਾਈ ਦੇ ਸਭ ਤੋਂ ਵੱਡੇ ਪੁੱਤਰ ਦੀ ਜਿਹੜਾ ਉਸ ਦਾ ਕਹਾਤ ਸੀ, ਅਸੀਂ ਉਹਦੇ ਵਿੱਚੋਂ, ਸਾਡੇ ਵਿੱਚੋਂ ਤਾਂ ਮੂਸਾ ਹੋਇਆ। ਉਹਨਾਂ ਦਿਮਾਗ ਤੇ ਚੜ ਗਿਆ ਔਰ ਅੱਜ ਬੁੱਤ ਪ੍ਰਸਤਾਂ ਦੇ ਹੱਥਾਂ ਦੇ ਵਿੱਚ ਉਹ ਅਤ ਪਵਿੱਤਰ ਚੀਜ਼ ਜੋ ਪ੍ਰਭੂ ਦੀਆਂ ਉਂਗਲ ਦੇ ਨਾਲ ਲਿਖੀ ਗਈ ਆ ਉਹਨਾਂ ਦੇ ਕੋਲ ਪਹੁੰਚ ਗਈ ਔਰ ਉਹ ਚੱਕ ਕੇ ਉਸ ਨੂੰ ਲੈ। ਇੱਕ ਉਹ ਅਤ ਪਵਿੱਤਰ ਚੀਜ਼ ਜਿਸ ਨੂੰ ਸਿਰਫ ਇੱਕੋ ਹੀ ਖਾਨਦਾਨ ਚੁੱਕ ਸਕਦਾ ਸੀ। ਪ੍ਰਭੂ ਨੇ ਇਹਨਾਂ ਤੋਂ ਜਾ ਲੈ ਦਿੱਤੀ, ਉਹ ਬਰਕਤ ਜਾ ਲੈ ਦਿੱਤੀ ਤਾਂ ਕਿ ਮਹਿਸੂਸ ਕਰਨ। ਸੋ ਅਸੀਂ ਇੱਥੇ ਕੀ ਦੇਖਦੇ ਪਏ ਹਾਂ ਕਿ ਹੁਣ ਪ੍ਰਭੂ ਨੇ ਫਲਸਤੀਆਂ ਨੂੰ ਵੀ ਇਹ ਚੀਜ਼ ਸਿਖਾਉਣੀ ਆ ਕਿ ਇਹ ਕੋਈ ਆਮ ਚੀਜ਼ ਨਹੀਂ ਜਿਹੜੀ ਤੁਸੀਂ ਚੁੱਕ ਕੇ ਲੈ ਕੇ ਆਏ। ਸੋ ਆਓ ਅਸੀਂ 5ਵੇਂ ਚੈਪਟਰ ਦੇ ਵਿੱਚ ਆ ਗਏ ਹਾਂ। 5ਵਾਂ ਚੈਪਟਰ ਛੋਟਾ ਜਿਹਾ, ਸਿਰਫ 12 ਆਇਤਾਂ, ਕੋਈ ਵੀ ਇਸ ਨੂੰ ਪੜ੍ਹ। ਮੈਂ ਪੜ੍ਹਦੀ ਨਹੀਂ ਪਾ ਸਕਦੀ। ਫਲਿਸਤੀਆਂ ਦੇ ਵਿਚਕਾਰ ਨੇਮ ਦੇ ਸੰਦੂਕ ਦਾ ਹੋਣਾ। ਪਰਮੇਸ਼ਰ ਦੇ ਨੇਮ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਪਿੱਛੋਂ ਫਲਿਸਤੀ ਉਸ ਨੂੰ ਅਬੀਅਜ਼ਰ ਤੋਂ ਅਸ਼ਦੋਦ ਵਿੱਚ ਲੈ ਗਏ। ਉਹਨਾਂ ਨੇ ਨੇਮ ਦੇ ਸੰਦੂਕ ਨੂੰ ਆਪਣੇ ਦੇਵਤਾ ਦਾਗੋਨ ਦੇ ਮੰਦਿਰ ਵਿੱਚ ਲਿਆ ਕੇ ਦਾਗੋਨ ਦੇ ਬੁੱਤ ਕੋਲ ਰੱਖ ਦਿੱਤਾ। ਅਗਲੀ ਸਵੇਰੇ ਅਸ਼ਦੋਦ ਨਿਵਾਸੀਆਂ ਨੇ ਦੇਖਿਆ ਕਿ ਦਾਗੋਨ ਦਾ ਬੁੱਤ ਆਪਣੀ ਥਾਂ ਤੋਂ ਹਟ ਕੇ ਨੇਮ ਦੇ ਸੰਦੂਕ ਦੇ ਸਾਹਮਣੇ ਮੂੰਹ ਪਰਨੇ ਪਿਆ ਹੋਇਆ ਹੈ। ਉਹਨਾਂ ਨੇ ਦਾਗੋਨ ਦੇ ਬੁੱਤ ਨੂੰ ਚੁੱਕ ਕੇ ਫਿਰ ਉਸ ਦੀ ਥਾਂ ਤੇ ਰੱਖ ਦਿੱਤਾ। ਪਰ ਉਸ ਤੋਂ ਅਗਲੀ ਸਵੇਰੇ ਫਿਰ ਉਹਨਾਂ ਤੜਕਸਾਰ ਹੀ ਦੇਖਿਆ ਕਿ ਦਾਗੋਨ ਦਾ ਬੁੱਤ ਨੇਮ ਦੇ ਸੰਦੂਕ ਦੇ ਸਾਹਮਣੇ ਪਹਿਲੇ ਵਾਂਗ ਡਿੱਗਾ ਹੋਇਆ ਹੈ ਅਤੇ ਇਸ ਵਾਰ ਉਸ ਦਾ ਸਿਰ ਅਤੇ ਦੋਵੇਂ ਬਾਹਾਂ ਧੜ ਨਾਲੋਂ ਵੱਖ ਟੁੱਟੀਆਂ ਬੂਹੇ ਦੇ ਵਿਚਕਾਰ ਸਰਦਨ ਉੱਤੇ ਪਈਆਂ ਹੋਈਆਂ ਸਨ। ਬਸ ਧੜ ਹੀ ਉੱਥੇ ਸੀ। ਇਹੀ ਕਾਰਨ ਹੈ ਕਿ ਅਸ਼ਦੋਦ ਵਿੱਚ ਅੱਜ ਤੱਕ ਦਾਗੋਨ ਦੇ ਪੁਜਾਰੀ ਦਾਗੋਨ ਦੇ ਮੰਦਿਰ ਵਿੱਚ ਆਉਂਦੇ ਉਸ ਦੀ ਸਰਦਲ ਉੱਤੇ ਪੈਰ ਨਹੀਂ ਰੱਖਦੇ ਹਨ। ਤਦ ਪ੍ਰਭੂ ਨੇ ਅਸ਼ਦੋਦ ਦੇ ਨਿਵਾਸੀਆਂ ਨੂੰ ਬਹੁਤ ਬੁਰੀ ਸਜ਼ਾ ਦਿੱਤੀ, ਜਿਸ ਕਾਰਨ ਉਹ ਬਹੁਤ ਭੈਭੀਤ ਹੋ ਗਏ। ਪ੍ਰਭੂ ਨੇ ਉਹਨਾਂ ਦੇ ਨਾਲ ਅਸ਼ਦੋਦ ਦੇ ਇਲਾਕੇ ਦੇ ਨਿਵਾਸੀਆਂ ਨੂੰ ਫੋੜਿਆਂ ਦੀ ਬਿਮਾਰੀ ਨਾਲ ਸਜ਼ਾ ਦਿੱਤੀ। ਉਹ ਇਹ ਸਭ ਦੇਖ ਕੇ ਜਾਣ ਗਏ ਅਤੇ ਬੋਲੇ, ਪਰਮੇਸ਼ਰ ਦੇ ਨੇਮ ਦਾ ਸੰਦੂਕ ਸਾਨੂੰ ਅਤੇ ਸਾਡੇ ਦੇਵਤੇ ਦਾਗੋਨ ਨੂੰ ਸਜ਼ਾ ਦੇ ਰਿਹਾ ਹੈ, ਇਸ ਲਈ ਇਹ ਸਾਡੇ ਕੋਲ ਨਹੀਂ ਰਹਿਣਾ ਚਾਹੀਦਾ ਹੈ। ਇਸ ਲਈ ਉਹਨਾਂ ਨੇ ਸਭ ਫਰਿਸ਼ਤੀ ਸਰਦਾਰਾਂ ਨੂੰ ਸੱਦ ਕੇ ਪੁੱਛਿਆ, ਅਸੀਂ ਇਸਰਾਇਲ ਦੇ ਪਰਮੇਸ਼ਰ ਦੇ ਨਾਂ ਦੇ ਸੰਦੂਕ ਨਾਲ ਕੀ ਕਰੀਏ?
ਉਹਨਾਂ ਨੇ ਉੱਤਰ ਦਿੱਤਾ, ਉਹਨੂੰ ਗਾਥ ਨਗਰ ਵਿੱਚ ਲੈ ਚੱਲੋ। ਇਸ ਲਈ ਉਹ ਨੇਮ ਦੇ ਸੰਦੂਕ ਨੂੰ ਗਾਥ ਵਿੱਚ ਲੈ ਗਏ। ਪਰ ਜਦੋਂ ਨੇਮ ਦਾ ਸੰਦੂਕ ਗਾਥ ਵਿੱਚ ਪਹੁੰਚਿਆ ਤਾਂ ਪ੍ਰਭੂ ਨੇ ਉੱਥੋਂ ਦੇ ਲੋਕਾਂ ਨੂੰ ਸਜਾ ਦੇ ਕੇ ਭੈਭੀਤ ਕਰ ਦਿੱਤਾ। ਉਸ ਨੇ ਉੱਥੋਂ ਦੇ ਹਰ ਵੱਡੇ ਛੋਟੇ ਮਨੁੱਖ ਨੂੰ ਫੋੜਿਆਂ ਦੀ ਬਿਮਾਰੀ ਲਾ ਦਿੱਤੀ। ਤਦ ਉਹਨਾਂ ਨੇ ਪਰਮੇਸ਼ਰ ਦਾ ਸੰਦੂਕ ਅਕਰੋਨ ਨਗਰ ਵਿੱਚ ਘੱਲ ਦਿੱਤਾ, ਜਿਸ ਨੂੰ ਦੇਖ ਕੇ ਅਕਰੋਨੀ ਲੋਕ ਚੀਕ ਉੱਠੇ, ਉਹ ਇਸਰਾਇਲ ਦੇ ਪਰਮੇਸ਼ਰ ਦੇ ਨੇਮ ਦੇ ਸੰਦੂਕ ਨੂੰ ਇੱਥੇ ਲਿਆਏ ਹਨ ਕਿ ਸਾਡਾ ਸਭ ਦਾ ਨਾਸ਼ ਕਰਕੇ ਸਾਨੂੰ ਮਾਰਨ। ਤਦ ਉਹਨਾਂ ਫਿਰ ਸਭ ਫਰਿਸ਼ਤੀ ਸਰਦਾਰਾਂ ਨੂੰ ਸੱਦ ਕੇ ਕਿਹਾ, ਇਸਰਾਇਲ ਦੇ ਪਰਮੇਸ਼ਰ ਦੇ ਇਸ ਸੰਦੂਕ ਨੂੰ ਵਾਪਸ ਇਸ ਦੀ ਥਾਂ ਤੇ ਘੱਲ ਦੇਵੋ, ਤਾਂ ਜੋ ਇਹ ਸਾਡੇ ਲੋਕਾਂ ਨੂੰ ਮਾਰ ਨਾ ਦੇਵੇ। ਇਸੇ ਸਮੇਂ ਤੱਕ ਸਾਰਾ ਨਗਰ ਭੈਭੀਤ ਹੋ ਉੱਠਿਆ ਸੀ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਸਜ਼ਾ ਦੇ ਰਿਹਾ ਸੀ। ਜੋ ਲੋਕ ਫੋੜਿਆਂ ਨਾਲ ਮਰੇ ਨਹੀਂ ਸਨ, ਉਹਨਾਂ ਦੀ ਪੁਕਾਰ ਉੱਪਰ ਸਵਰਗ ਤੱਕ ਪਹੁੰਚ ਗਈ ਸੀ। ਪਹੁੰਚ ਗਈ ਸੀ। ਸੋ ਹੁਣ ਅਸੀਂ ਇੱਥੇ ਕੀ ਦੇਖਦੇ ਪਏ, ਇਹ ਬਹੁਤ ਇੰਪੋਰਟੈਂਟ ਆਇਤ ਆ, 12ਵੀਂ ਆਇਤ। ਜਿਹੜੀ ਆਇਤ 12ਵੀਂ ਆ ਬਹੁਤ ਇੰਪੋਰਟੈਂਟ ਆਇਤ, ਕਿਉਂਕਿ ਉਹ ਜਿਸ ਵੇਲੇ ਲੈ ਕੇ ਗਏ ਉਹਨਾਂ ਨੇ ਦਾਗੋਨ ਦੇ ਮੰਦਿਰ ਦੇ ਵਿੱਚ ਰੱਖਿਆ। ਅਸੀਂ ਉਹ ਦਾਗੋਨ ਦਾ ਦੇਖਿਆ, ਅੱਧੀ ਮਛਲੀ ਆ, ਅੱਧਾ ਇਨਸਾਨ, ਅੱਧਾ ਬੰਦਾ ਹੈ। ਕਿਉਂਕਿ ਇਹ ਲੋਕ, ਇਹਨਾਂ ਲੋਕਾਂ ਨੂੰ ਪੀਪਲ ਆਫ ਸੀ ਕਿਹਾ ਜਾਂਦਾ ਸੀ, ਕਿਉਂਕਿ ਮੈਸੇਡੋਨੀਆ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਤੁਸੀਂ ਇਹ ਕਹਿ ਲਓ ਕਿ ਜਵਾਲਾਮੁਖੀ ਫਟਿਆ ਸੀਗਾ। ਉਸ ਕਾਰਨ ਉਹ ਇਲਾਕਾ ਸਾਰਾ ਰਹਿਣ ਦੇ ਯੋਗ ਨਹੀਂ ਰਹਿ ਗਿਆ ਸੀ। ਸੋ ਇਹ ਫਿਲਸਤੀ ਲੋਕ ਜਿਹੜੇ ਸੀਗੇ, ਇਹ ਇਸ ਇਲਾਕੇ ਦੇ ਵਿੱਚ ਆ ਕੇ ਬਸੇ ਸੀ, ਔਰ ਇਹਨਾਂ ਨੂੰ ਬਸਾਉਣ ਵਾਲਾ ਐਕਚੁਅਲੀ ਇਜਿਪਟ ਦਾ ਜਿਹੜਾ ਫਿਰੌਨ ਸੀਗਾ ਉਹ ਸੀਗਾ, ਤਾਂ ਕਿ ਇਹ ਇਹਨਾਂ ਲੋਕਾਂ ਨੂੰ ਲਾਈਨ ਦੇ ਵਿੱਚ ਰੱਖਣ। ਪਰ ਅਸੀਂ ਕੀ ਦੇਖਦੇ ਪਏ ਹਾਂ, ਉਹਨਾਂ ਨੇ ਆਪਣੇ ਦਾਗੋਨ ਦਾ ਬਹੁਤ ਵੱਡਾ ਮੰਦਿਰ ਬਣਾਇਆ। ਔਰ ਅਸੀਂ ਦੂਸਰੇ ਪਾਸੇ ਜਿਸਲੇ ਸੈਮਸਨ ਨੂੰ ਵੀ ਦੇਖਦੇ ਪਏ ਹਾਂ, ਤਾਂ ਉੱਥੇ ਵੀ ਦਾਗੋਨ ਦੇ ਮੰਦਿਰ ਦੀ ਗੱਲ ਹੋ ਰਹੀ ਹੈ। ਠੀਕ, ਸੋ ਉਹਨਾਂ ਨੇ ਦਾਗੋਨ ਦੇ ਮੰਦਿਰ ਦੇ ਵਿੱਚ ਜਾ ਕੇ ਪ੍ਰਭੂ ਦੇ ਸੰਦੂਕ ਨੂੰ ਰੱਖਿਆ, ਉਹਦੇ ਪੈਰਾਂ 'ਚ ਰੱਖਿਆ, ਔਰ ਸਵੇਰ ਨੂੰ ਉਹਨਾਂ ਨੇ ਦੇਖਿਆ ਕਿ ਉਹ ਜਿਹੜੀ ਮੂਰਤੀ ਉਹ ਡਿੱਗੀ ਪਈ। ਸੋ ਉਹਨਾਂ ਨੇ ਮੂਰਤੀ ਨੂੰ ਫਿਰ ਖੜਾ ਕਰ ਦਿੱਤਾ। ਲੇਕਿਨ ਅਗਲੇ ਦਿਨ ਸਵੇਰੇ ਜਿਸਲੇ ਗਏ ਤਾਂ ਉਸ ਦੀਆਂ ਬਾਹਾਂ, ਯਾਨੀ ਕਿ ਉਸ ਦੀ ਤਾਕਤ ਵੀ ਟੁੱਟੀ ਸੀ, ਉਸ ਦਾ ਸਿਰ ਵੀ ਵੱਖਰਾ ਸੀ, ਔਰ ਮੌਤ ਦੀ ਨਿਸ਼ਾਨੀ ਸੀ। ਸੋ ਡਰ ਗਏ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਬਿਮਾਰੀ ਫੈਲ ਗਈ। ਸੋ ਉਹਨਾਂ ਨੇ ਕਿਹਾ ਕੀ ਕੀਤਾ ਜਾਏ। ਸੋ ਉਹਨਾਂ ਨੇ ਇਹ ਕੁਛ ਕੀਤਾ। let us go back. ਸੋ ਅਸੀਂ ਸਾਰੇ ਉਹਨਾਂ ਦੇ ਨਗਰ ਦੇਖਦੇ ਪਏ ਹਾਂ, ਜਿਨ੍ਹਾਂ ਦੇ ਵਿੱਚ ਉਹ ਲੈ ਕੇ ਗਏ ਆ। ਸੋ ਇੱਥੇ ਮੇਰੇ ਕੋਲ ਸਾਰੇ ਨਗਰ ਹੈ ਨਹੀਂ ਗੇ, ਲੇਕਿਨ ਉਹ ਆਪਣੇ ਸਾਰੇ ਫਿਲਿਸਤੀਨ ਇਸ ਇਲਾਕੇ ਦੇ ਵਿੱਚ ਆ। ਇੱਥੇ ਯਹੂਦਾ ਦਾ ਇਲਾਕਾ, ਬਿਨਯਾਮੀਨ ਦਾ ਇਲਾਕਾ, ਇਫਰਾਇਮ ਦਾ ਇਲਾਕਾ, ਦਾਨ ਦਾ ਕਬੀਲਾ, ਉਹ ਆਪਣੇ ਨਗਰਾਂ ਦੇ ਵਿੱਚ ਉਸ ਨੂੰ ਲੈ ਕੇ ਗਏ। ਉਹਨਾਂ ਨੇ ਵੱਖ-ਵੱਖ ਨਗਰਾਂ ਦੇ ਵਿੱਚ ਉਸ ਨੂੰ ਲੈ ਕੇ ਗਏ ਆ, ਔਰ ਜਿਸ ਨਗਰ ਦੇ ਵਿੱਚ ਵੀ ਉਹ ਲੈ ਕੇ ਜਾਂਦੇ ਪਏ, ਉੱਥੇ ਬਿਮਾਰੀ ਫੈਲਦੀ ਪਈ, ਔਰ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ। ਔਰ ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਮਹਾਨ ਦੇਵਤਾ ਦਾਗੋਨ ਆ ਕੁਛ ਨਹੀਂ ਕਰ ਸਕਦਾ। ਸੋ ਉਹਨਾਂ ਨੇ ਪ੍ਰਭੂ ਦੇ ਅੱਗੇ ਪੁਕਾਰ ਕੀਤੀ, ਪ੍ਰਭੂ ਦੇ ਅੱਗੇ ਪੁਕਾਰ ਕੀਤੀ, ਫਿਰ ਤੂੰ ਹੀ ਕੁਛ ਕਰ। ਅਸੀਂ ਇਸ ਸੰਦੂਕ ਦਾ ਕਰੀਏ ਕੀ? ਇਹ ਸਾਡੇ ਵੇਚਣ ਦਾ ਕਰੀਏ ਕੀ? ਇੱਥੋਂ ਪਤਾ ਲੱਗਦਾ ਪ੍ਰਭੂ ਦੀ ਤਾਕਤ। ਇੱਕ ਪਾਸੇ ਜਿਉਂਦਾ ਪਰਮੇਸ਼ਰ, ਔਰ ਦੂਜੇ ਪਾਸੇ ਇਨਸਾਨ ਦੀਆਂ ਹੱਥਾਂ ਦੀਆਂ ਬਣਾਈਆਂ ਮੂਰਤਾਂ, ਜਿਨ੍ਹਾਂ ਨੂੰ ਮੋਢੇ ਤੇ ਚੱਕ ਕੇ ਤੁਰਦਾ, ਜਿਨ੍ਹਾਂ ਦੇ ਚੁੰਨੀਆਂ ਚੜਾਉਂਦਾ ਤੇ ਜਿਨ੍ਹਾਂ ਦੇ ਉੱਤੇ ਉਹ ਪੱਗਾਂ ਬੰਨਦਾ। ਤੇ ਬੁੱਤਾਂ ਤੋਂ ਸਿਵਾਏ ਕੁਛ ਨਹੀਂ। ਸੋ ਹੁਣ ਉਹ ਕਹਿ ਰਹੇ, ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਹੈ। ਅਜੀਬ ਚੀਜ਼ ਇਹ ਹੈ, ਪ੍ਰਭੂ ਨੇ ਉਹਨਾਂ ਦੀ ਸੁਣੀ, ਪ੍ਰਭੂ ਨੇ ਉਹਨਾਂ ਦੀ ਵੀ ਸੁਣੀ,
ਔਰ ਪ੍ਰਭੂ ਨੇ ਹੁਣ ਉਹਨਾਂ ਨੂੰ ਰਸਤਾ ਦਿਖਾਉਣਾ। ਸੋ ਆਓ ਅਸੀਂ ਪਹਿਲੀਆਂ 12 ਆਇਤਾਂ ਦੇਖੋ। ਮੈਂ ਪੜ੍ਹ ਚੱਲੀ। Go ahead. ਨੇਮ ਦੇ ਸੰਦੂਕ ਦੀ ਵਾਪਸੀ। ਪ੍ਰਭੂ ਦੇ ਨੇਮ ਦੇ ਸੰਦੂਕ ਨੂੰ ਫਿਲਿਸਤੀਆਂ ਦੇ ਦੇਸ਼ ਵਿੱਚ ਗਏ 7 ਮਹੀਨੇ ਹੋ ਗਏ ਸਨ। ਤਦ ਫਿਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦ ਕੇ ਪੁੱਛਿਆ, ਅਸੀਂ ਪ੍ਰਭੂ ਦੇ ਇਸ ਸੰਦੂਕ ਨਾਲ ਕੀ ਕਰੀਏ? ਅਸੀਂ ਇਸ ਨੂੰ ਇਸ ਦੀ ਥਾਂ ਤੇ ਵਾਪਸ ਕਿਸ ਤਰ੍ਹਾਂ ਘੱਲੀਏ? ਉਹਨਾਂ ਨੇ ਉੱਤਰ ਦਿੱਤਾ, ਜੇਕਰ ਇਜ਼ਰਾਈਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਤੁਸੀਂ ਵਾਪਸ ਘੱਲ ਰਹੇ ਹੋ ਤਾਂ ਇਸ ਦੇ ਨਾਲ ਤੁਸੀਂ ਅਪਰਾਧ ਬਲੀ ਦੇ ਲਈ ਭੇਟ ਵੀ ਘੱਲੋ। ਇਸ ਲਈ ਤੁਸੀਂ ਚੰਗੇ ਹੋ ਜਾਵੋਗੇ ਅਤੇ ਇਹ ਵੀ ਜਾਣ ਜਾਵੋਗੇ ਕਿ ਉਹ ਤੁਹਾਨੂੰ ਕਿਉਂ ਸਜ਼ਾ ਦੇ ਰਿਹਾ ਹੈ। ਤੁਸੀਂ ਇਸ ਨੂੰ ਇੱਥੋਂ ਖਾਲੀ ਨਾ ਘੱਲੋ। ਲੋਕਾਂ ਨੇ ਪੁੱਛਿਆ, ਅਸੀਂ ਅਪਰਾਧ ਬਲੀ ਦੇ ਲਈ ਕੀ ਘੱਲੀਏ? ਉਹਨਾਂ ਨੇ ਉੱਤਰ ਦਿੱਤਾ, ਫਿਲਿਸਤੀ 5 ਸਰਦਾਰਾਂ ਦੇ ਨੰਬਰ ਅਨੁਸਾਰ 5 ਸੋਨੇ ਦੇ ਫੋੜੇ ਅਤੇ 5 ਹੀ ਸੋਨੇ ਦੇ ਚੂਹੇ, ਕਿਉਂਕਿ ਤੁਹਾਨੂੰ ਸਭ ਨੂੰ 5 ਸਰਦਾਰਾਂ ਸਮੇਤ ਇੱਕੋ ਜਿਹੀ ਬਿਮਾਰੀ ਨਾਲ ਸਜ਼ਾ ਮਿਲੀ ਹੈ। ਤੁਸੀਂ ਸੋਨੇ ਦੇ ਫੋੜੇ ਤੇ ਚੂਹੇ ਉਹਨਾਂ ਸ਼ਕਲਾਂ ਦੇ ਬਣਾਵੋ ਜਿਨ੍ਹਾਂ ਦੁਆਰਾ ਸਾਡੇ ਦੇਸ਼ ਵਾਸੀਆਂ ਨੂੰ ਸਜ਼ਾ ਮਿਲੀ ਹੈ। ਇਸ ਤਰ੍ਹਾਂ ਤੁਸੀਂ ਇਜ਼ਰਾਈਲ ਦੇ ਪਰਮੇਸ਼ਰ ਨੂੰ ਆਦਰ ਦੇਵੋ। ਇਹ ਕਾਰਨ ਤੇ ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡੇ ਦੇਵਤਿਆਂ ਅਤੇ ਤੁਹਾਡੀ ਧਰਤੀ ਨੂੰ ਸਜ਼ਾ ਦੇਣੀ ਬੰਦ ਕਰ ਦੇਵੇਗਾ। ਤੁਸੀਂ ਮਿਸਰੀਆਂ ਦੀ ਤਰ੍ਹਾਂ ਜਿੱਦੀ ਨਾ ਬਣੋ, ਕਿਉਂਕਿ ਅੰਤ ਪਰਮੇਸ਼ਵਰ ਨੇ ਉਹਨਾਂ ਨੂੰ ਉਸ ਸਮੇਂ ਤੱਕ ਮੂਰਖ ਬਣਾਇਆ ਜਦੋਂ ਤੱਕ ਉਹਨਾਂ ਨੇ ਇਜ਼ਰਾਈਲੀਆਂ ਨੂੰ ਉੱਥੋਂ ਜਾਣ ਨਾ ਦਿੱਤਾ। ਇਸ ਲਈ ਹੁਣ ਤੁਸੀਂ ਇੱਕ ਨਵਾਂ ਗੱਡਾ ਬਣਾਓ ਅਤੇ ਉਸਦੇ ਅੱਗੇ 2 ਨਵੀਆਂ ਸੂਈਆਂ ਗਾਵਾਂ ਜੋੜੋ ਜੋ ਪਹਿਲਾਂ ਜੂਲੇ ਹੇਠ ਨਾ ਜੁੱਟੀਆਂ ਹੋਣ। ਉਹਨਾਂ ਦੇ ਬੱਚੇ ਪਿੱਛੇ ਹੀ ਰਹਿਣ ਦਿਓ। ਫਿਰ ਤੁਸੀਂ ਨੇਮ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦੇਣਾ ਅਤੇ ਉਸਦੇ ਨਾਲ ਹੀ ਉਹ ਸਭ ਸੋਨੇ ਦੀਆਂ ਚੀਜ਼ਾਂ ਵੀ ਇੱਕ ਟਰੰਕ ਵਿੱਚ ਪਾ ਕੇ ਰੱਖ ਦੇਣਾ ਜੋ ਤੁਸੀਂ ਆਪਣੇ ਅਪਰਾਧ ਬਲੀ ਕਰਕੇ ਭੇਟ ਕਰ ਰਹੇ ਹੋ। ਇਸ ਦੇ ਪਿੱਛੋਂ ਤੁਸੀਂ ਦੇਖਣਾ ਕਿ ਜੇਕਰ ਇਹ ਆਪਣੇ ਆਪ ਆਪਣੇ ਰਾਹ ਬੈਤ ਸ਼ਮਸ਼ ਵੱਲ ਜਾ ਰਿਹਾ ਹੈ ਤਾਂ ਸਮਝੋ ਕਿ ਇਹ ਸਭ ਵਿਪਤਾਵਾਂ ਇਜ਼ਰਾਈਲ ਦੇ ਪਰਮੇਸ਼ਰ ਦੁਆਰਾ ਘੱਲੀਆਂ ਗਈਆਂ ਹਨ, ਪਰ ਜੇਕਰ ਇਹ ਆਪਣੇ ਰਾਹੇ ਨਾ ਜਾਵੇ ਤਾਂ ਸਮਝੋ ਇਹ ਸਭ ਵਿਪਤਾਵਾਂ ਕੁਦਰਤੀ ਹਨ। ਫਿਲਿਸਤੀਆਂ ਨੇ ਸਭ ਕੁਝ ਦੱਸੇ ਅਨੁਸਾਰ ਕੀਤਾ। ਉਹਨਾਂ ਨੇ 2 ਸੂਈਆਂ ਵੈੜਾਂ ਲੈ ਕੇ ਗੱਡੇ ਸਾਹਮਣੇ ਜੋ ਦਿੱਤੀਆਂ ਅਤੇ ਉਹਨਾਂ ਦੇ ਬੱਚੇ ਘਰੇ ਹੀ ਰਹਿਣ ਦਿੱਤੇ। ਫਿਰ ਉਹਨਾਂ ਨੇ ਨੇਮ ਦਾ ਸੰਦੂਕ ਸੋਨੇ ਦੀਆਂ ਚੀਜ਼ਾਂ ਸਮੇਤ ਗੱਡੇ ਉੱਤੇ ਰੱਖ ਦਿੱਤਾ। ਤਦ ਉਹ ਵੈੜਾਂ ਸਿੱਧੀਆਂ ਬੈਤ ਸ਼ਮਸ਼ ਦੇ ਰਾਹੇ ਚਲੀਆਂ ਗਈਆਂ। ਉਹ ਨਾ ਆਪਣੇ ਰਾਹ ਤੋਂ ਸੱਜੇ ਮੁੜੀਆਂ ਅਤੇ ਨਾ ਹੀ ਖੱਬੇ। ਫਿਲਿਸਤੀ ਸਰਦਾਰ ਗੱਡੇ ਦੇ ਪਿੱਛੇ ਬੈਤ ਸ਼ਮਸ਼ ਦੀ ਹੱਦ ਤੱਕ ਗਏ। ਆਮੀਨ। ਸੋ ਇਹ ਚੀਜ਼ ਦੇਖਣ ਵਾਲੀ ਬਹੁਤ ਔਖਾ ਆ ਕਿ ਇੱਕ ਬੈੜ ਨੂੰ ਉਹਦੇ ਬੱਚੇ ਤੋਂ ਵੱਖਰਾ ਕਰ, ਬਹੁਤ ਔਖਾ। ਕਦੀ ਵੀ ਆਪਣੇ ਬੱਚੇ ਨੂੰ ਪਿੱਛੇ ਨਹੀਂ ਛੱਡ, ਉਹਦਾ ਧਿਆਨ ਹਮੇਸ਼ਾ ਆਪਣੇ ਬੱਚੇ ਕੋਲ। ਖਾਣਾ ਖਾਂਦੀ ਜਿਸ ਲਈ ਉਹ ਖਾਣਾ, ਅਸੀਂ ਪੰਜਾਬੀ ਲੋਕ ਆ, ਅਸੀਂ ਹਿੰਦੁਸਤਾਨ ਦੇ ਵਿੱਚੋਂ ਆਏ, ਸਾਨੂੰ ਪਤਾ ਹੈ ਕਿ ਜਦ ਬੱਚਾ ਉਹ ਛੋਟਾ ਹੁੰਦਾ ਮਾਂ ਦਾ ਕਿੰਨਾ ਧਿਆਨ ਉਸ ਬੱਚੇ ਦੇ ਵੱਲ ਲੱਗਾ, ਉਸਨੂੰ ਖਾਣਾ ਵੀ ਖਾਂਦੀ, ਅਗਰ ਕੋਈ ਛੂਹ ਵੀ ਦਵੇ ਤਾਂ ਉਹਦਾ ਧਿਆਨ ਝੱਟ ਬੱਚੇ ਦੇ ਵੱਲ ਜਾਂਦਾ। ਇੱਥੇ ਅਸੀਂ ਇਹ ਦੇਖਦੇ ਪਏ ਪ੍ਰਭੂ ਨੇ ਉਹ ਪੰਡਤ ਜੋ ਉਸ ਦੇਵਤੇ ਦੀ ਪੂਜਾ ਕਰਦੇ ਪਏ ਆ, ਉਹਨਾਂ ਦੇ ਰਾਹੀਂ ਦੱਸਿਆ ਕਿ ਇਸ ਨੂੰ ਕਿੱਦਾਂ ਲੈ ਕੇ ਜਾਣਾ, ਇਹਦੀ ਪਵਿੱਤਰਤਾ ਨੂੰ ਕਿੱਦਾਂ ਤੁਸੀਂ ਕਾਇਮ ਰੱਖਣਾ। ਉਹਨਾਂ ਨੇ ਦੱਸਿਆ ਕਿ 2 ਬੈੜਾਂ ਐਸੀਆਂ ਲਓ ਜਿਹੜੀਆਂ ਤਾਜ਼ੀਆਂ ਸੂਈਆਂ, ਉਹਨਾਂ ਦੇ ਬੱਚੇ ਆਪਣੇ ਘਰ ਰੱਖੋ, ਔਰ ਉਹ ਕਦੀ ਗੱਡੇ ਦੇ ਨਾਲ ਜੋਤੀਆਂ ਨਹੀਂ ਗਈਆਂ, ਔਰ ਉਹਨਾਂ ਦੇ ਉੱਤੇ ਗੱਡੇ ਤਾਜ਼ਾ ਨਵਾਂ ਗੱਡਾ ਬਣਾ ਕੇ ਇਹ ਪਵਿੱਤਰ ਸੰਦੂਕ ਰੱਖ ਦਿਓ। ਅਗਰ ਉਹ ਨਾ ਜਾਣ ਤੇ ਪਵਿੱਤਰਤਾ ਨਹੀਂ, ਇਹ ਕੁਛ ਨਹੀਂ ਇਹਦੇ ਵਿੱਚ। ਪਰ ਅਗਰ ਉਹ ਜਿਸ ਜਗ੍ਹਾ ਤੇ ਜਾ ਰਹੀਆਂ, ਬੈਤਸ਼ਮਸ ਦੇ ਇਲਾਕੇ ਦੇ ਵਿੱਚ ਜਾ ਰਹੀਆਂ, ਤਾਂ ਉਹਨਾਂ ਨੂੰ ਜਾਣ ਦਿਓ। ਤਾਂ ਫਿਰ ਤੁਸੀਂ ਸਮਝ ਜਾਓ ਕਿ ਬਲਾਵਾਂ ਟਲ ਗਈਆਂ। ਸੋ ਉਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ। ਸਾਨੂੰ ਪਤਾ ਚੂਹਿਆਂ ਤੋਂ ਵੀ ਬਿਮਾਰੀਆਂ ਫੈਲਦੀਆਂ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ, ਜਿਨ੍ਹਾਂ ਵਿੱਚ ਪਲੇਗਸ ਹੁੰਦੀਆਂ। ਔਰ ਦੂਸਰੇ ਪਾਸੇ ਜਿਹੜੇ ਫੋੜਿਆਂ ਦੀ ਬਿਮਾਰੀ ਉਹਨਾਂ ਨੂੰ ਨਿਕਲਦੀ ਪਈ ਆ, ਜਿੱਥੇ ਵੀ ਉਹ ਸੰਦੂਕ ਜਾਂਦਾ ਉਹਨਾਂ ਨੂੰ ਬਿਮਾਰੀ ਨਿਕਲਦੀ ਪਈ ਹੈ।
ਤਾਂ ਉਹ ਜਿੱਤ ਕੇ ਵੀ ਹਾਰ ਗਏ, ਜਿੱਤ ਕੇ ਵੀ ਹਾਰ ਗਏ। ਔਰ ਪ੍ਰਭੂ ਦੇ ਸੰਦੂਕ ਨੇ ਉਸ ਜੰਗ ਦੇ ਵਿੱਚ ਉਸ ਜੰਗ ਦੇ ਵਿੱਚ ਆਪਣੇ ਲੋਕਾਂ ਨੂੰ ਹਰਾ ਕੇ ਵੀ ਆਪਣੀ ਜਿੱਤ ਪ੍ਰਾਪਤ ਕੀਤੀ। ਪ੍ਰਭੂ ਦੀ ਹਾਰ ਨਹੀਂ ਉੱਥੇ ਹੋਈ। ਜੋ ਧੱਕੇ ਦੇ ਨਾਲ ਪ੍ਰਭੂ ਦਾ ਸੰਦੂਕ ਚੁੱਕ ਕੇ ਲੈ ਗਿਆ ਤੇ ਪ੍ਰਭੂ ਦੀ ਤਾਂ ਨਹੀਂ ਹਾਰ ਹੋਈ, ਪਰ ਪ੍ਰਭੂ ਨੇ ਇਹ ਚੀਜ਼ ਦਿਖਾਤੀ ਕਿ ਮੇਰੀਆਂ ਚੀਜ਼ਾਂ ਨੂੰ ਪਹਿਨਣ ਦੇ ਨਾਲ ਤੁਸੀਂ ਪ੍ਰਭੂ ਦੇ ਲੋਕ ਨਹੀਂ ਬਣਦੇ, ਨਿਸ਼ਾਨੀਆਂ ਨੂੰ ਆਪਣੇ ਉੱਤੇ ਲਾਉਣ ਦੇ ਨਾਲ ਤੁਸੀਂ ਪ੍ਰਭੂ ਦੇ ਲੋਕ ਨਹੀਂ ਬਣਦੇ, ਦਿਲ ਦੀ ਸੁਨਨਤ ਦੇ ਨਾਲ ਤੁਸੀਂ ਪ੍ਰਭੂ ਦੇ ਲੋਕ ਬਣਦੇ। ਪ੍ਰਭੂ ਮੇਰੇ ਦਿਲ ਦੇ ਪਿੱਛੇ ਆ, ਉਹ ਮੇਰੇ ਨਿਸ਼ਾਨਾਂ ਦੇ ਪਿੱਛੇ ਨੇ। ਐਂਡ ਲੈਟ ਮੀ ਟੈਲ ਯੂ, I love them। ਸਭ ਤੋਂ ਜ਼ਿਆਦਾ ਮੈਂ ਇਹ ਕਹਿ ਸਕਦਾ ਪੰਜਾਬੀਆਂ ਦੇ ਵਿੱਚ ਪ੍ਰਭੂ ਤੋਂ ਡਰਦਾ ਹੋਇਆ ਕਹਿ ਰਿਹਾ, ਜਿਹਨੇ ਨਿਸ਼ਾਨ ਮੇਰੇ ਕੋਲ ਆ ਕਿਸੇ ਕੋਲ ਨਹੀਂ ਹੋਣਗੇ। I love them, I like them। ਪਰ ਮੈਨੂੰ ਪਤਾ ਉਹਨਾਂ 'ਚ ਪ੍ਰਭੂ ਨਹੀਂ ਗਾ, ਉਹ ਮੈਨੂੰ ਯਾਦ ਕਰਾਉਂਦੇ ਆ ਪ੍ਰਭੂ ਦੀ। ਉਹਨਾਂ 'ਚ ਪ੍ਰਭੂ ਨਹੀਂ, ਇਤਿਹਾਸ ਮੈਨੂੰ ਯਾਦ ਆਉਂਦਾ ਉਹ ਦੇਖ ਕੇ। ਸਲੀਬ ਪਾਉਣ ਦੇ ਨਾਲ ਅਸੀਂ ਕ੍ਰਿਸਚਨ ਨਹੀਂ ਬਣਦੇ, ਸਲੀਬ ਤੇ ਚੜ ਕੇ ਅਸੀਂ ਕ੍ਰਿਸਚਨ ਬਣਦੇ। ਜਿਹੜੇ ਸਲੀਬ ਤੇ ਚੜਦੇ ਹਾਂ ਔਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਕਹਿੰਦੇ ਹਾਂ ਕਿ ਮੇਰੇ ਲਈ ਨਹੀਂ, ਇਹ ਮੇਰੇ ਲਈ ਨਹੀਂ, ਫਿਰ ਅਸੀਂ ਮਸੀਹ ਬਣਦੇ। ਪ੍ਰਭੂ ਦੀ ਹਾਰ ਨਹੀਂ ਹੋਈ, ਪ੍ਰਭੂ ਦੀ ਹਾਰ ਨਹੀਂ ਹੋਈ, ਏਲੀ ਦੇ ਘਰਾਣੇ ਦੀ ਹਾਰ ਹੋਈ। ਏਲੀ ਦੇ ਘਰਾਣੇ ਦੀ ਹਾਰ ਹੋਈ ਹੈ, ਪ੍ਰਭੂ ਦੀ ਹਾਰ ਨਹੀਂ ਹੋਈ। ਪ੍ਰਭੂ ਦੀ ਜਿੱਤ ਹੋਈ ਹੈ। ਔਰ ਇਸੇ ਤਰ੍ਹਾਂ ਪ੍ਰਭੂ ਸਾਡੇ ਵਿੱਚ ਜਿੱਤ ਪ੍ਰਾਪਤ ਕਰਦਾ। ਉਸ ਦੀ ਜਿੱਤ ਉੱਤੇ ਆਪਣੀਆਂ ਅੱਖਾਂ ਲਾ ਕੇ ਰੱਖੋ। ਉਹ ਬਿਲਕੁਲ ਅਸਧਾਰਨ ਤਰੀਕੇ ਦੇ ਨਾਲ ਮਦਦ ਕਰਦਾ। ਸਧਾਰਨ ਤਰੀਕੇ ਨਾਲ ਨਹੀਂ ਪ੍ਰਭੂ ਮਦਦ ਕਰਦਾ, ਅਸਧਾਰਨ ਤਰੀਕੇ। ਜਿੱਦਾਂ ਇਹ ਦੋ ਤਾਜ਼ੀਆਂ ਸੂਈਆਂ ਬੈੜਾਂ ਉਸ ਗੱਡੇ ਨੂੰ, ਜਿਹੜੀਆਂ ਗੱਡੇ ਦੇ ਨਾਲ ਜੋਤੀਆਂ ਹੀ ਨਹੀਂ ਕਦੀ ਗਈਆਂ। ਔਰ ਸਾਨੂੰ ਪਤਾ ਕਿ ਇੱਕ ਬੈਲ ਨੂੰ ਜਾਂ ਇੱਕ ਬਲਦ ਨੂੰ ਸਿਖਾਉਣ ਦੇ ਲਈ ਕਿੰਨਾ ਸਮਾਂ ਲੱਗਦਾ। ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ। ਪਰ ਤਾਜ਼ੀਆਂ ਸੂਈਆਂ ਬੈੜਾਂ ਉਸ ਥਾਂ ਵੱਲ ਨੂੰ ਜਾ ਰਹੀਆਂ ਜਿਹੜੀਆਂ ਮਿੱਥਿਊ ਆ, ਔਰ ਉਹਨਾਂ ਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਹੀਂ। ਕੌਣ ਉਹਨਾਂ ਨੂੰ ਗਾਈਡ ਕਰਦਾ ਪਿਆ? ਪ੍ਰਭੂ ਆਪ ਕਰਦਾ ਪਿਆ, ਪ੍ਰਭੂ ਆਪ ਕਰਦਾ ਪਿਆ। ਏਦਾਂ ਹੀ ਪ੍ਰਭੂ ਸਾਡੇ ਲਈ ਰਸਤੇ ਕੱਢਦਾ। ਇਹਨਾਂ ਦੀ ਸਮਝ ਤੋਂ ਬਾਹਰ ਹੈ ਹੋ ਕੀ ਰਿਹਾ। ਔਰ ਪ੍ਰਭੂ ਗੱਲ ਕਿਹਨਾਂ ਨਾਲ ਕਰਦਾ ਪਿਆ? ਬੁੱਤ ਪ੍ਰਸਤਾਂ ਦੇ ਨਾਲ, ਉਹਨਾਂ ਦੇ ਪੁਜਾਰੀਆਂ ਦੇ ਨਾਲ ਗੱਲ ਕਰਦਾ ਪਿਆ ਵੀ ਇਹ ਕੰਮ ਕਰੋ। ਪਰ ਉਹਨਾਂ ਨੇ ਉਹੀ ਕੰਮ ਕੀਤਾ ਔਰ ਦੇਖ ਕੇ ਹੈਰਾਨ, ਦੇਖ ਕੇ ਹੈਰਾਨ। ਕਿਉਂਕਿ ਮੈਂ ਸਾਡੇ ਚਾਚੇ ਨੂੰ, ਮੈਂ ਡੰਗਰ ਜਿੱਦਾਂ ਬਲਦ, ਨਵੇਂ ਬਲਦ ਜਿਹੜੇ ਸੀਗੇ ਘਰ ਦੇ ਪਾਲਿਓ, ਉਹਨਾਂ ਨੂੰ ਟ੍ਰੇਨਡ ਕਰਦਾ ਦੇਖਿਆ ਹੈ। ਉਹ ਤਾਂ ਛਾਲਾਂ ਮਾਰ ਕੇ ਪੁੱਠੇ ਪਾਸੇ ਨੂੰ ਚੱਲ ਜਾਂਦੇ ਸੀਗੇ, ਇੰਨਾ ਔਖਾ ਹੁੰਦਾ ਸੀ ਉਹਨਾਂ ਨੂੰ ਟ੍ਰੇਨ ਕਰਨਾ। ਪਰ ਇੱਥੇ ਉਹ ਦੋ ਬੈੜਾਂ ਜਿਨ੍ਹਾਂ ਦਾ ਆਪਣੇ ਬੱਚਿਆਂ ਵੱਲ ਧਿਆਨ, ਉਸ ਗੱਡੇ ਨੂੰ ਲੈ ਕੇ ਉੱਥੇ ਜਾ ਰਹੀਆਂ ਜਿੱਥੇ ਉਸ ਨੂੰ ਜਾਣਾ ਚਾਹੀਦਾ। ਇਸੇ ਤਰ੍ਹਾਂ ਪ੍ਰਭੂ ਸਾਡੇ ਨਾਲ ਕਰਦਾ, ਇਸੇ ਤਰ੍ਹਾਂ ਕਰਦਾ। ਔਰ ਇਹ ਹੈ ਆਗਿਆਕਾਰ। ਜੇ ਅਸੀਂ ਉਸ ਦੀ ਆਗਿਆ ਮੰਨਦੇ ਹਾਂ ਤੇ ਉਹ ਇਸ ਤਰ੍ਹਾਂ ਦੀ ਅਜੀਬ ਕੰਮ ਸਾਡੀ ਜ਼ਿੰਦਗੀ 'ਚ ਕਰਦਾ ਜਿਸ ਦਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਇਸ ਚੀਜ਼ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ।
प्यारे प्रभु तेरा शुक्र करते, तेरी दया रहम तेरे प्यार तेरे। प्यारे प्रभु बहुत सारिया चीजां साडी समझ तो बाहर, पर तेरी ताकत तो बाहर नहीं। बहुत सारिया चीजां असीं अपनी जिंदगी च देखते हैं और असीं सोचते हैं और असीं कहने ये कदी नहीं हो सकती, पर खुदावन तू उन्हां नूं करदा। इंसान दी ताकत वो समझदा कि मेरे को बहुत बुद्धि आ, मेरे को बहुत ताकत आ, पर अज असीं देख सकते हैं खुदावन, असीं अज मैं अपने शहर दे विच देख सकदा कि अद्धा शहर पानी दे विच डुबिया। 80 किलोमीटर दा एरिया, 80 स्क्वायर किलोमीटर दा एरिया अज पानी च डुबिया। अज पानी ने वो सारे हिस्से वापस ले लए जो 100 साल पहला प्रभु जी इंसान ने अपनी छाती पिट के कहा सी कि मैं इसनूं सुकाया। 3 दिन की बारिश ने सब कुछ कर दिता। तो इंसान के अवमान नूं प्रभु हमेशा तोड़ता, और इसके लिए इसी तरह शुक्र करते, इसके लिए इसी तरह शुक्र करते, क्योंकि जब तक वो लोग जो उत्थे वास्ते सी उन्होंने तेनू बरकत दिती, तू उन्होंने बरकत दिती, क्योंकि समुद्र के लैवल तो प्रभु जी वो डूंगे रह रहे सी और तू उन्होंने बरकत दे रहा सी। जब उन्होंने तेनू बरकत देनी बंद कर दी, खुदावन तू उन्होंने मुड़ के पानी के विच डूब दिता। और आज असीं देख सकते, प्यारे प्रभु तू सानू नमर रखी, अपने पिछे चलदा रखी, बुरे और बुराई तो बचा के रखी, जब तक असी द्वारा मिलीए तेरा रहम साडे सब दे नाल बनिया रहे। मसीह यसू दे मिठे और प्यारे नाम च मंगदे, आमीन। प्रभु तुहानू बरकत दे, तुहाडे सब दे नाल बने।